प्यार भरी सत श्री अकाल। जस्ट ट्यूटर चैनल ते तुहाडा सारिਆਂ ਦਾ स्वागत है। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਲਾਸ 9th ਦੇ ਜੁਲਾਈ ਦੇ ਐਗਜ਼ਾਮ ਦੇ ਵਿੱਚ ਆਉਣ ਵਾਲੇ ਤੁਹਾਡੇ ਸਾਇੰਸ ਦੇ ਇੰਪੋਰਟੈਂਟ ਕੁਐਸਚਨ ਆਨਸਰ। ਇੱਥੇ ਫੁੱਲ ਚੈਪਟਰ ਦੇ ਜਿਹੜੇ ਕੁਐਸਚਨ ਨੇ ਉਹ ਤੁਹਾਨੂੰ ਦਿਖਣਗੇ, ਪਰ ਉਹਨਾਂ ਵਿੱਚੋਂ ਜਿਹੜੇ ਤੁਹਾਡੇ ਇੰਪੋਰਟੈਂਟ ਕੁਐਸਚਨ ਨੇ ਸਿਰਫ ਉਹਨਾਂ ਤੇ ਮੈਂ ਟਿਕ ਲਗਾ ਕੇ ਤੁਹਾਨੂੰ ਉਹਨਾਂ ਕੁਐਸਚਨਾਂ ਨੂੰ ਸਮਝਾ ਦੂੰਗਾ। ਮੈਂ ਐਸਐਸਟੀ ਦੀ ਪੰਜਾਬੀ ਮੀਡੀਅਮ ਐਂਡ ਇੰਗਲਿਸ਼ ਮੀਡੀਅਮ ਐਂਡ ਮੈਥ ਦੀ ਵੀ ਪੰਜਾਬੀ ਐਂਡ ਇੰਗਲਿਸ਼ ਮੀਡੀਅਮ ਦੇ ਵਿੱਚ ਅਸੀਂ ਪਹਿਲਾਂ ਹੀ ਜਿਹੜੀ ਅਸਾਈਨਮੈਂਟ ਦੀ ਵੀਡੀਓ ਅਪਲੋਡ ਕਰ ਚੁੱਕੇ ਹਾਂ। ਉਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਐਂਡ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਹੋਇਆ, ਤੁਸੀਂ ਉਹ ਵੀ ਜਾ ਕੇ ਜੁਆਇਨ ਕਰ ਸਕਦੇ ਹੋ। ਉਹ ਤੁਸੀਂ ਮੇਰੇ ਨਾਲ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ। ਸੋ ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੱਕ ਜਲਦੀ ਪਹੁੰਚ ਜਾਵੇ ਔਰ ਆਪਣੇ ਐਗਜ਼ਾਮ ਦੀ ਤਿਆਰੀ ਚੰਗੇ ਤਰੀਕੇ ਨਾਲ ਕਰ ਸਕਣ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸਾਇੰਸ ਜੁਲਾਈ ਐਗਜ਼ਾਮ ਦੇ ਵਿੱਚ ਸਾਨੂੰ 3 ਚੈਪਟਰ ਜਿਹੜੇ ਸਾਇੰਸ ਦੇ ਉਹ ਦੇਖਣ ਨੂੰ ਮਿਲਣਗੇ। ਫਸਟ ਚੈਪਟਰ ਆਪਣੇ ਕੋਲ ਮੈਟਰ ਇਨ ਆਵਰ ਸਰਾਊਂਡਿੰਗਸ। ਇਹਦੇ ਵਿੱਚ ਇੰਪੋਰਟੈਂਟ ਜਿਹੜਾ ਫਸਟ ਕੁਐਸਚਨ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਆਰ ਮੈਟਰ। ਆਪਾਂ ਇਹ ਦੱਸਣਾ ਵੀ ਜਿਹੜੀਆਂ ਚੀਜ਼ਾਂ ਦੱਸੀਆਂ ਉਹਨਾਂ ਨੇ ਇਹਨਾਂ ਵਿੱਚੋਂ ਮੈਟਰ ਕਿਹੜੀ ਹੈ, ਪਦਾਰਥ ਕਿਹੜੀ ਹੈ। So chair ਜਿਹੜੀ ਹੈ is the matter, air, almonds and cold drink. Next important question ਹੈ what are the characteristics of particles of matter। ਕਹਿੰਦਾ ਮੈਟਰ ਦੇ ਜਿਹੜੇ ਕਣ ਨੇ, ਪਾਰਟੀਕਲਸ ਨੇ, ਉਹਨਾਂ ਦੇ ਵਿੱਚ ਖਾਲੀ ਥਾਂ ਹੁੰਦੀ ਹੈ, space between them। Next point ਹੈ particles of matter are continuously moving। ਇਹ ਜਿਹੜੇ ਮੈਟਰ ਨੇ ਨਿਰੰਤਰ ਜਿਹੜੇ ਨੇ ਗਤੀਸ਼ੀਲ ਹੁੰਦੇ ਨੇ, ਮੂਵਿੰਗ ਹੁੰਦੇ ਨੇ। ਨੈਕਸਟ ਥਰਡ ਪੁਆਇੰਟ ਹੈ ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਇੱਕ ਦੂਜੇ ਨੂੰ ਆਪਣੇ ਵੱਲ ਅਟਰੈਕਟ ਕਰਦੇ ਨੇ, ਖਿੱਚਦੇ ਨੇ। ਨੈਕਸਟ ਜਿਹੜਾ ਇੰਪੋਰਟੈਂਟ ਕੁਐਸਚਨ ਆਪਣੇ ਕੋਲ ਹੈਗਾ ਟੈਬੂਲੇਟ ਅ ਡਿਫਰੈਂਸ ਇਨ ਦਾ ਕਰੈਕਟਰਿਸਟਿਕ ਆਫ ਸਟੇਟਸ ਆਫ ਮੈਟਰ। ਪਹਿਲਾ ਆਪਣੇ ਕੋਲ ਹੁੰਦਾ ਸੋਲਿਡ ਸਟੇਟ, ਦੂਜਾ ਲਿਕੁਇਡ ਐਂਡ ਤੀਜਾ ਗੈਸੀ ਸਟੇਟ। ਸੋਲਿਡ ਦੇ ਵਿੱਚ ਕੀ ਹੁੰਦਾ? It has definite shape and volume। ਇਹਦੀ ਜਿਹੜੀ ਆ ਇੱਕ ਨਿਸ਼ਚਿਤ ਜਿਹੜੀ ਆ ਸ਼ੇਪ ਹੁੰਦੀ ਆ ਤੇ ਨਿਸ਼ਚਿਤ ਜਿਹੜਾ ਇਹਦਾ ਵੋਲੀਅਮ ਹੁੰਦਾ ਜਾਂ ਫਿਰ ਇਹਨੂੰ ਪੰਜਾਬੀ ਚ ਕਹਿੰਦੇ ਆ ਆਇਤਨ ਹੁੰਦਾ। ਨੈਕਸਟ ਹੈ it is incompressible। ਇਹ ਕੰਪਰੈਸ ਨਹੀਂ ਹੋ ਸਕਦਾ। ਨੰਬਰ 3 the force of attraction between the particles of solid is highest। ਕਹਿੰਦਾ ਜਿਹੜਾ solid matter ਹੁੰਦਾ ਇਹਨਾਂ ਦੇ particles ਦੇ ਵਿੱਚ attraction ਜਿਹੜਾ ਸਭ ਤੋਂ ਵੱਧ ਹੁੰਦਾ। next point particles of solid cannot move freely। ਇਹ ਕਹਿੰਦਾ ਇਹ move ਨਹੀਂ ਹੋ ਸਕਦੇ ਇੱਕ ਥਾਂ ਤੋਂ ਦੂਜੇ ਥਾਂ ਤੱਕ। next ਆਪਣੇ ਕੋਲ liquid state it has no definite shape। ਕਹਿੰਦਾ ਇਹਦੀ ਕੋਈ definite shape ਨਹੀਂ ਹੁੰਦੀ but has definite volume। ਪਰ ਜਿਹੜਾ volume ਇਹਦਾ ਪੱਕਾ definite ਹੁੰਦਾ। Liquids attain the shape of the vessels in which they are kept। Next point ਇਹਦੇ ਵਿੱਚ it is compressible to a small extent। ਕਹਿੰਦਾ ਜਿਹੜਾ ਇਹਦੇ ਵਿੱਚ compressible ਦਾ ਸਿਸਟਮ ਹੁੰਦਾ ਵੀ ਅਸੀਂ ਇਹਨੂੰ ਕੰਪਰੈਸ ਕਰ ਸਕਦੇ ਹਾਂ to a small extent। ਨਾ ਮਾਤਰ ਹੀ ਕਰ ਸਕਦੇ ਹਾਂ, ਜ਼ਿਆਦਾ ਨਹੀਂ ਕਰ ਸਕਦੇ। The force of attraction between liquid particles is less than solid particles but greater than gas particles। ਕਹਿੰਦਾ ਜਿਹੜਾ ਦਾ force of attraction ਹੁੰਦਾ ਇਹ solid particles ਤੋਂ ਘੱਟ ਹੁੰਦਾ ਤੇ gas particles ਤੋਂ ਵੱਧ ਹੁੰਦਾ, ਗ੍ਰੇਟਰ ਹੁੰਦਾ। ਨੈਕਸਟ ਪੁਆਇੰਟ ਲਿਕੁਇਡ ਪਾਰਟੀਕਲਸ ਮੂਵ ਫ੍ਰੀਲੀ। ਇਹ ਕਹਿੰਦਾ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਸਾਨੀ ਨਾਲ ਮੂਵ ਹੋ ਸਕਦੇ ਨੇ। ਨੈਕਸਟ ਆਪਣੇ ਕੋਲ ਗੈਸੀ ਸਟੇਟ। ਕਹਿੰਦਾ ਇਟ ਨਾਈਦਰ ਹੈਜ਼ ਅ ਡੈਫੀਨਿਟ ਸ਼ੇਪ ਨੋਰ ਅ ਡੈਫੀਨਿਟ ਵੋਲੀਅਮ। ਕਹਿੰਦੇ ਨਾ ਤਾਂ ਇਹਨਾਂ ਦਾ ਕੋਈ ਨਿਸ਼ਚਿਤ ਆਕਾਰ ਹੁੰਦਾ ਤੇ ਨਾ ਹੀ ਕੋਈ ਨਿਸ਼ਚਿਤ ਜਿਹੜਾ ਵੋਲੀਅਮ ਹੁੰਦਾ। ਨੈਕਸਟ ਪੁਆਇੰਟ ਇਟ ਇਜ਼ ਹਾਈਲੀ ਕੰਪਰੈਸਿਬਲ। ਕਹਿੰਦੇ ਬਹੁਤ ਜ਼ਿਆਦਾ ਕੰਪਰੈਸਿਬਲ ਹੁੰਦਾ। ਨੈਕਸਟ ਪੁਆਇੰਟ ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਦਾ ਗੈਸਿਸ ਪਾਰਟੀਕਲ ਇਜ਼ ਲੀਸਟ। ਕਹਿੰਦਾ ਜਿਹੜਾ ਇਹਦੇ ਵਿੱਚ ਫੋਰਸ ਆਫ ਅਟਰੈਕਸ਼ਨ ਹੁੰਦਾ ਉਹ ਸਭ ਤੋਂ ਘੱਟ ਹੁੰਦਾ। ਨੈਕਸਟ ਗੈਸਿਸ ਪਾਰਟੀਕਲਸ ਆਰ ਇਨ ਅ ਕੰਟੀਨਿਊਸ ਐਂਡ ਰੈਂਡਮ ਮੋਸ਼ਨ। ਕਹਿੰਦਾ ਜਿਹੜੇ ਗੈਸਿਸ ਪਾਰਟੀਕਲਸ ਹੁੰਦੇ ਨੇ ਇਹ ਕੰਟੀਨਿਊਸਲੀ ਤੇ ਰੈਂਡਮਲੀ ਮੋਸ਼ਨ ਹੁੰਦੇ ਰਹਿੰਦੇ ਨੇ। ਨੈਕਸਟ ਇੰਪੋਰਟੈਂਟ ਆਪਣੇ ਕੋਲ ਕਨਵਰਟ ਦਾ ਫੋਲਿੰਗ ਟੈਂਪਰੇਚਰ ਟੂ ਸੈਲਸੀਅਸ ਸਕੇਲ। ਸੈਲਸੀਅਸ ਸਕੇਲ ਲਈ ਕੀ ਕਰਨਾ ਸੀ 300 ਦੇ ਵਿੱਚੋਂ 273 ਨੂੰ ਮਾਈਨਸ ਕਰ ਦੇਣਾ, ਆਨਸਰ ਆ ਜਾਊਗਾ ਆਪਣੇ ਕੋਲ 27 ਡਿਗਰੀ ਸੈਲਸੀਅਸ। ਇਸੇ ਤਰੀਕੇ ਨਾਲ 573 ਨੂੰ ਬਦਲਣਾ ਸੀ ਤਾਂ ਇਹਦੇ ਵਿੱਚੋਂ ਵੀ -273। ਇਸੇ ਤਰੀਕੇ ਨਾਲ 573 ਨੂੰ ਹੀ ਚੇਂਜ ਕਰਨਾ ਸੈਲਸੀਅਸ ਦੇ ਵਿੱਚ ਤਾਂ ਇਹਦੇ ਵਿੱਚੋਂ ਵੀ 273 ਜਿਹੜਾ ਮਾਈਨਸ ਕਰ ਦੇਣਾ। ਇੱਕ ਗਿਵ ਰੀਜ਼ਨ ਵਾਲੇ ਆਪਣੇ ਕੋਲ ਕੁਐਸਚਨ ਆਉਂਦੇ ਆ, ਇਹ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਜਿਹੜਾ ਇੱਕ ਕੁਐਸਚਨ ਆ ਸਕਦਾ, ਪਰ ਜਿਹੜਾ ਇੰਪੋਰਟੈਂਟ ਕੁਐਸਚਨ ਹੋਏਗਾ ਆਪਸ਼ਨ ਨੰਬਰ C ਵਾਲਾ A wooden table should be called a solid। ਕਹਿੰਦੇ ਕਿ ਜਿਹੜੀ ਲੱਕੜ ਦੀ ਮੇਜ਼ ਹੈ ਉਹ solid ਕਿਉਂ ਖਵਾਉਂਦੀ ਆ, ਉਸਨੂੰ solid ਕਿਉਂ ਕਿਹਾ ਜਾਂਦਾ? ਤਾਂ ਆਨਸਰ ਦੇਣਾ ਸੀ ਇਸਦਾ because a wooden table has a definite shape and volume। ਕਹਿੰਦੇ ਕਿਉਂਕਿ ਜਿਹੜੀ wooden ਦੀ ਕਿਉਂਕਿ ਜਿਹੜੇ ਲੱਕੜ ਦੀ ਮੇਜ਼ ਦਾ ਜਿਹੜੀ ਸ਼ੇਪ ਹੁੰਦੀ ਆ ਐਂਡ ਇਸਦਾ ਜਿਹੜਾ ਵੋਲੀਅਮ ਹੁੰਦਾ ਉਹ ਨਿਸ਼ਚਿਤ ਹੁੰਦਾ। ਨੈਕਸਟ ਇੰਪੋਰਟੈਂਟ ਹੈ what is the physical state of water at। ਕਹਿੰਦਾ ਹੇਠ ਲਿਖੇ ਤਾਪਮਾਨ ਤੇ ਪਾਣੀ ਦੀ ਜਿਹੜੀ ਭੌਤਿਕ ਅਵਸਥਾ ਹੈ ਉਹ ਕੀ ਹੋਊਗੀ। 250 ਡਿਗਰੀ ਸੈਲਸੀਅਸ ਤੇ ਕੀ ਹੋ ਜਾਊਗਾ ਪਾਣੀ ਗੈਸਿਸ ਬਣ ਜਾਊਗਾ ਤੇ 100 ਡਿਗਰੀ ਸੈਲਸੀਅਸ ਤੇ ਕੀ ਹੋ ਜਾਊਗਾ ਬੋਥ ਲਿਕੁਇਡ ਐਂਡ ਗੈਸੀ ਸਟੇਟ। ਨੈਕਸਟ ਇੰਪੋਰਟੈਂਟ ਕੁਐਸਚਨ ਹੈ what type of clothes should we wear in summer। ਸਾਨੂੰ ਗਰਮੀਆਂ ਦੇ ਵਿੱਚ ਕਿਹੋ ਜਿਹੇ ਜਿਹੜੇ ਕੱਪੜੇ ਆ ਪਾਉਣੇ ਚਾਹੀਦੇ ਨੇ ਤਾਂ ਆਨਸਰ ਹੈ ਇਹਦਾ ਇਨ ਸਮਰ ਵੀ ਸ਼ੁੱਡ ਵੀਅਰ ਕਾਟਨ ਕਲੋਥਸ।
ਸਾਨੂੰ सूती कपड़े यानी कॉटन कपड़े पाने चाहिए ने बिकॉज कॉटन क्लोथ्स कैन अब्जॉर्ब मोर स्वीट फ्रॉम आवर बॉडी। कहते क्योंकि ਜਿਹੜੇ कॉटन ਦੇ क्लोथ्स ਹੁੰਦੇ ਨੇ ਕੀ ਕਰਦੇ ਨੇ ਇਹ ਸਾਡੇ ਬੋਡੀ ਦੇ ਵਿੱਚੋਂ ਪਸੀਨਾ ਜਿਹੜਾ ਸੋਕ ਲੈਂਦੇ ਨੇ, ਸਵੀਟ ਹੁੰਦਾ ਪਸੀਨਾ, ਐਂਡ ਐਕਸਪੋਜ਼ਸ ਦਾ ਲਿਕੁਇਡ ਟੂ ਦਾ ਐਟਮੋਸਫੇਅਰ, ਤੇ ਇਸ ਨੂੰ ਐਟਮੋਸਫੇਅਰ ਦੇ ਵਿੱਚ ਵਾਸ਼ਪਿਤ ਕਰ ਦਿੰਦੇ ਨੇ, making evaporation faster. During this evaporation, particles on the surface of the liquid gain energy from our body surface, making the body cool. ਸੋ ਕਹਿੰਦੇ ਇਸ ਤਰੀਕੇ ਨਾਲ ਜਿਹੜਾ ਕੰਮ ਹੁੰਦਾ ਫਿਰ ਕੀ ਹੁੰਦਾ, ਸਾਡੀ ਬੋਡੀ ਜਿਹੜੀ ਆ ਉਹ ਠੰਡੀ ਹੋ ਜਾਂਦੀ ਆ, ਕੂਲ ਹੋ ਜਾਂਦੀ ਆ। ਨੈਕਸਟ ਇੰਪੋਰਟੈਂਟ ਹੈ ਕਨਵਰਟ ਦਾ ਫੋਲਿੰਗ ਟੈਂਪਰੇਚਰ ਟੂ ਕੈਲਵਿਨ ਸਕੇਲ। ਕੈਲਵਿਨ ਸਕੇਲ ਦੇ ਵਿੱਚ ਬਦਲਣ ਲਈ ਕੀ ਕਰਨਾ ਸੀ, ਜਿੰਨੀ ਵੀ ਤੁਹਾਨੂੰ ਡਿਗਰੀ ਦਿੱਤੀ ਹੋਊਗੀ ਉਹਦੇ ਵਿੱਚ 273 ਨੂੰ ਪਲੱਸ ਕਰ ਦੇਣਾ। ਨੈਕਸਟ ਕੁਐਸਚਨ ਆਪਣੇ ਕੋਲ ਅਰੇਂਜ ਦਾ ਫੋਲੋਇੰਗ ਸਬਸਟੈਂਸਿਸ ਇਨ ਇੰਕਰੀਜ਼ਿੰਗ ਆਰਡਰ ਆਫ ਫੋਰਸਿਸ ਆਫ ਅਟਰੈਕਸ਼ਨ ਬਿਟਵੀਨ ਪਾਰਟੀਕਲਸ ਵਾਟਰ ਸ਼ੂਗਰ ਆਕਸੀਜਨ। ਕਹਿੰਦੇ ਜਿਹੜੇ ਹੇਠ ਲਿਖੇ ਪਦਾਰਥ ਨੂੰ ਉਹਨਾਂ ਦੇ ਕਣਾਂ ਦੇ ਵਿੱਚ ਵੱਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਦੇ ਵਿੱਚ ਕਰਨਾ ਤੁਸੀਂ। ਸੋ ਪਹਿਲਾ ਆਊਗਾ ਆਪਣੇ ਕੋਲ ਆਕਸੀਜਨ, ਫਿਰ ਵਾਟਰ, ਫਿਰ ਸ਼ੂਗਰ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਵਾਟ ਇਜ਼ ਦਾ ਫਿਜ਼ੀਕਲ ਸਟੇਟ ਆਫ ਵਾਟਰ ਐਟ। ਕਹਿੰਦੇ ਹੇਠ ਲਿਖੇ ਤਾਪਮਾਨਾਂ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਊਗੀ। 25 ਡਿਗਰੀ ਸੈਲਸੀਅਸ ਤੇ ਕੀ ਹੋ ਜਾਊਗਾ, ਲਿਕੁਇਡ ਸਟੇਟ 'ਚ ਹੋ ਜਾਊਗਾ। 0 ਡਿਗਰੀ ਸੈਲਸੀਅਸ ਤੇ ਕੀ ਹੋ ਜਾਊਗਾ, ਬੋਥ ਸੋਲਿਡ ਐਂਡ ਲਿਕੁਇਡ। 100 ਡਿਗਰੀ ਸੈਲਸੀਅਸ ਤੇ ਵਾਟਰ ਕੈਨ ਐਗਜ਼ਿਸਟ ਐਟ ਬੋਥ ਲਿਕੁਇਡ ਐਂਡ gas. Next important question है what produce more severe burns, boiling water or steam। ਕਹਿੰਦੇ ਉਬਲਦੇ ਹੋਏ ਪਾਣੀ ਜਾਂ ਭਾਪ ਵਿੱਚੋਂ ਜਲਣ ਦੀ ਤੀਬਰਤਾ ਕਿਸ ਵਿੱਚ ਜ਼ਿਆਦਾ ਹੁੰਦੀ ਹੈ। ਕਹਿੰਦਾ ਇਹਦਾ ਆਨਸਰ ਹੈਗਾ ਆਪਣੇ ਕੋਲ ਸਟੀਮ ਦੇ ਵਿੱਚ ਜ਼ਿਆਦਾ ਹੁੰਦੀ ਹੈ, ਯਾਨੀ ਭਾਪ ਦੇ ਵਿੱਚ ਜ਼ਿਆਦਾ ਹੁੰਦੀ ਹੈ। because steam has more energy than boiling water। ਕਹਿੰਦੇ ਕਿਉਂਕਿ ਸਟੀਮ ਦੇ ਜਾਂ ਭਾਪ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਹੁੰਦੀ ਆ ਉਬਲਦੇ ਹੋਏ ਪਾਣੀ ਦੇ ਨਾਲੋਂ। because it possesses the additional energy of latent heat of vaporization, therefore steam produces more severe burns than boiling water। next ਜਿਹੜਾ ਤੁਹਾਡਾ ਸਿਲੇਬਸ ਦੇ ਵਿੱਚ ਚੈਪਟਰ ਹੈ ਚੈਪਟਰ ਨੰਬਰ 5 The fundamental unit of life, ਜੀਵਨ ਦੀ ਮੁੱਢਲੀ ਇਕਾਈ। ਫਸਟ ਇੰਪੋਰਟੈਂਟ ਕੁਐਸਚਨ ਹੈ ਇਹਦੇ ਵਿੱਚ who discovered cells and how। ਕਹਿੰਦਾ ਸੈੱਲ ਦੀ ਖੋਜ ਕਿਸ ਨੇ ਤੇ ਕਿਵੇਂ ਕੀਤੀ। ਸੈੱਲ ਵਾਸ ਡਿਸਕਵਰਡ ਬਾय ਰੋਬਰਟ ਹੁਕ ਇਨ 1665। ਸੈੱਲ ਦੀ ਖੋਜ ਜਿਹੜੀ ਆ ਰੋਬਰਟ ਹੁਕ ਨੇ 1665 ਦੇ ਵਿੱਚ ਕੀਤੀ। He used self-designed microscope to observe cells in a cork slice। ਕਹਿੰਦਾ ਉਸਨੇ ਯੂਜ਼ ਕੀਤਾ ਸੈਲਫ ਡਿਜ਼ਾਈਨਡ ਮਾਈਕਰੋਸਕੋਪ, ਜਿਹੜਾ ਉਸਨੇ ਆਪ ਖੁਦ ਜਿਹੜਾ ਮਾਈਕਰੋਸਕੋਪ ਬਣਾਇਆ ਸੀ ਟੂ ਅਬਜ਼ਰਵ ਸੈਲਸ ਇਨ ਅ cork slice, ਸੈਲਸ ਨੂੰ ਦੇਖਣ ਦੇ ਲਈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਵਾਈ ਦਾ ਸੈਲ ਇਜ਼ ਕਾਲਡ ਦਾ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਕਹਿੰਦਾ ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਿਹਾ ਜਾਂਦਾ ਹੈ। The basic functions of life like respiration, assimilation and all major metabolic activities are carried inside the cell। ਕਹਿੰਦੇ ਕਿਉਂਕਿ ਜਿਹੜੇ ਬੇਸਿਕ ਫੰਕਸ਼ਨ ਹੁੰਦੇ ਆ ਜਿਵੇਂ ਰੈਸਪੀਰੇਸ਼ਨ ਕਰਨਾ ਯਾਨੀ ਸਾਹ ਲੈਣਾ, assimilation ਕਰਨਾ and all major metabolic activities are carried inside the cell। ਕਹਿੰਦਾ ਹੋਰ ਜਿਹੜੀਆਂ metabolic activities ਜਿਹੜੀ ਸੈੱਲ ਦੇ ਅੰਦਰ ਕੀਤੀ ਜਾਂਦੀਆਂ। so cell is known as structural and functional unit of living organism। next ਆਪਣੇ ਕੋਲ if the organization of a cell is destroyed due to some physical or chemical influence what will happen। ਕਹਿੰਦਾ ਜੇਕਰ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਕੀ ਹੋਊਗਾ। ਕਹਿੰਦਾ some of the important function of the cell will stop। ਕਹਿੰਦਾ ਜਿਹੜਾ ਸੈੱਲ ਦਾ ਇੰਪੋਰਟੈਂਟ ਫੰਕਸ਼ਨ ਹੈ ਕੀ ਹੋ ਜਾਊਗਾ, ਰੁਕ ਜਾਊਗਾ। and it may result in the death of the cell। ਤੇ ਇਹਦਾ ਰਿਜ਼ਲਟ ਕੀ ਹੋਊਗਾ, ਜਿਹੜੀ ਸੈੱਲ ਦੀ ਡੈਥ ਹੋ ਜਾਊਗੀ ਯਾਨੀ ਮਰ ਜਾਊਗਾ, ਖਤਮ ਹੋ ਜਾਊਗਾ। ਨੈਕਸਟ ਆਪਣੇ ਕੋਲ where are proteins synthesized inside the cell। ਕਹਿੰਦਾ ਸੈੱਲ ਦੇ ਅੰਦਰ ਪ੍ਰੋਟੀਨ ਸੰਸਲੇਸ਼ਨ ਕਿੱਥੇ ਹੁੰਦਾ ਹੈ, ਇਨ ਦਾ ਰਾਈਬੋਸੋਮ। ਨੈਕਸਟ ਇੰਪੋਰਟੈਂਟ ਹੈ ਮੇਕ ਅ ਕੰਪੈਰੀਜ਼ਨ ਐਂਡ ਰਾਈਟ ਡਾਊਨ ਵੇਜ਼ ਇਨ ਵਿਚ ਪਲਾਂਟ ਸੈਲਸ ਆਰ ਡਿਫਰੈਂਟ ਫਰੋਮ ਐਨੀਮਲ ਸੈਲ। ਕਹਿੰਦੇ ਪਲਾਂਟ ਸੈਲ ਤੇ ਐਨੀਮਲ ਸੈਲ ਦੇ ਵਿੱਚ ਡਿਫਰੈਂਸ ਦੱਸਣਾ ਤੁਸੀਂ। ਪਲਾਂਟ ਸੈਲ ਦੇ ਵਿੱਚ ਫਸਟ ਆਪਸ਼ਨ ਆਪਣੇ ਕੋਲ ਇਟਸ ਸ਼ੇਪ ਇਜ਼ ਰੈਕਟੈਂਗਲ, ਇਹਦੀ ਸ਼ੇਪ ਜਿਹੜੀ ਹੈ ਰੈਕਟੈਂਗਲ ਹੁੰਦੀ ਹੈ ਪਲਾਂਟ ਸੈਲ ਦੀ। ਤੇ ਐਨੀਮਲ ਸੈਲ ਦੀ ਕੀ ਹੁੰਦੀ ਹੈ, ਓਵਲ ਹੁੰਦੀ ਹੈ, ਮੀਨਸ ਅੰਡਾਕਾਰ ਹੁੰਦੀ ਹੈ। ਨੈਕਸਟ ਪੁਆਇੰਟ ਹੈ ਵੈਕੂਲ ਇਜ਼ ਲਾਰਜ ਇਨ ਸਾਈਜ਼, ਇਹ ਜਿਹੜੀ ਰਸਧਾਨੀ ਹੁੰਦੀ ਆ ਉਹ ਵੱਡੀ ਹੁੰਦੀ ਹੈ। ਵੈਕੂਲਸ ਆਰ ਸਮਾਲ ਇਨ ਸਾਈਜ਼, ਇਸ ਦੀ ਛੋਟੀ ਹੁੰਦੀ ਹੈ। ਨੈਕਸਟ ਪੁਆਇੰਟ ਸੈੱਲ ਵਾਲ ਇਜ਼ ਪ੍ਰੈਜ਼ੈਂਟ, ਇਸ ਦੇ ਵਿੱਚ ਸੈੱਲ ਕੰਧ ਹੁੰਦੀ ਹੈ। ਸੈੱਲ ਵਾਲ ਇਜ਼ ਐਬਸੈਂਟ, ਇਸ ਦੇ ਵਿੱਚ ਨਹੀਂ ਹੁੰਦੀ। ਨੈਕਸਟ ਕਲੋਰੋਪਲਾਸਟ ਇਜ਼ ਪ੍ਰੈਜ਼ੈਂਟ, ਪਲਾਂਟ ਸੈੱਲ ਦੇ ਵਿੱਚ ਕਲੋਰੋਪਲਾਸਟ ਹੁੰਦੇ ਹਨ, ਐਨੀਮਲ ਸੈੱਲ ਦੇ ਵਿੱਚ ਨਹੀਂ ਹੁੰਦੇ। ਨੈਕਸਟ ਪੁਆਇੰਟ ਸੈਂਟਰੀਸਮ ਇਜ਼ ਐਬਸੈਂਟ, ਪਲਾਂਟ ਸੈੱਲ ਦੇ ਵਿੱਚ ਸੈਂਟਰੋਸਮ ਨਹੀਂ ਹੁੰਦੇ ਤੇ ਐਨੀਮਲ ਸੈੱਲ ਦੇ ਵਿੱਚ
ਪ੍ਰੈਜ਼ੈਂਟ ਹੁੰਦੇ ਨੇ ਯਾਨੀ ਮੌਜੂਦ ਹੁੰਦੇ ਨੇ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਹਾਊ ਇਜ਼ ਅ ਪ੍ਰੋਕੈਰੀਓਟਿਕ ਸੈਲ ਡਿਫਰੈਂਟ ਫਰੋਮ ਅ ਇਕੁਐਰੀਟਿਕ ਸੈਲ। ਜਿਹੜੇ ਪ੍ਰੋਕੈਰੀਓਟਿਕ ਸੈੱਲ ਹੁੰਦੇ ਆ ਫਸਟ ਪੁਆਇੰਟ ਉਹਦੇ ਵਿੱਚ ਆਪਣੇ ਕੋਲ ਮੋਸਟ ਪ੍ਰੋਕੈਰੀਓਟਿਸ ਆਰ ਯੂਨੀਸੈਲੂਲਰ, ਕਹਿੰਦੇ ਜ਼ਿਆਦਾਤਰ ਜਿਹੜੇ ਇਹ ਯੂਨੀਸੈਲੂਲਰ ਹੁੰਦੇ ਆ ਤੇ ਯੂਕੈਰੀਓਟਿਕ ਕੀ ਹੁੰਦੇ ਆ ਮਲਟੀ ਸੈਲੂਲਰ ਹੁੰਦੇ ਆ। ਨੈਕਸਟ ਪੁਆਇੰਟ ਨਿਊਕਲੀਅਸ ਇਜ਼ ਐਬਸੈਂਟ, ਇਹਨਾਂ ਦੇ ਵਿੱਚ ਨਿਊਕਲੀਅਸ ਜਿਹੜਾ ਉਹ ਐਬਸੈਂਟ ਹੁੰਦਾ, ਯੂਕੈਰੀਓਟਿਕ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਨੈਕਸਟ ਐਬਸੈਂਸ ਆਫ ਨਿਊਕਲੀਅਰ ਮੈਂਬਰੇਨ, ਇਹਦੇ ਜਿਹੜੇ ਨਿਊਕਲੀ ਮੈਂਬਰੇਨ ਆ ਉਹ ਐਬਸੈਂਸ ਹੁੰਦੇ ਨੇ ਤੇ ਯੂਕੈਰੀਓਟਿਕ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਨੈਕਸਟ ਪੁਆਇੰਟ ਥੀਸ ਸੈਲਸ ਆਰ ਸਮਾਲਰ ਇਨ ਸਾਈਜ਼, ਇਹ ਸਾਈਜ਼ ਦੇ ਵਿੱਚ ਛੋਟੇ ਹੁੰਦੇ ਨੇ ਤੇ ਯੂਕੈਰੀਓਟਿਕ ਵਾਲੇ ਵੱਡੇ ਹੁੰਦੇ ਨੇ। ਨੈਕਸਟ ਇਟ ਕੰਟੇਨਸ ਅ ਸਿੰਗਲ ਕ੍ਰੋਮੋਸੋਮ, ਕਹਿੰਦੇ ਇਹਦੇ ਵਿੱਚ ਇੱਕ ਹੀ ਕ੍ਰੋਮੋਸੋਮ ਯਾਨੀ ਗੁਣਸੂਤਰ ਹੁੰਦਾ ਐਂਡ ਯੂਕੈਰੀਓਟਿਕ ਦੇ ਵਿੱਚ ਮੋਰ ਦੈਨ ਵਨ, ਇਹਦੇ ਵਿੱਚ ਇੱਕ ਤੋਂ ਵੱਧ ਹੁੰਦੇ ਨੇ। ਨੈਕਸਟ ਇੰਪੋਰਟੈਂਟ ਕੁਐਸਚਨ ਵਾਟ ਵੁੱਡ ਹੈਪਨ ਇਫ ਦਾ ਪਲਾਜ਼ਮਾ ਮੈਂਬਰੇਨ ਰਪਚਰਸ ਔਰ ਬ੍ਰੇਕਸ ਡਾਊਨ, ਕਹਿੰਦੇ ਜੇਕਰ ਪਲਾਜ਼ਮਾ ਝਿੱਲੀ ਫਟ ਜਾਵੇ ਜਾਂ ਟੁੱਟ ਜਾਵੇ ਤਾਂ ਕੀ ਹੋਵੇਗਾ, ਕਹਿੰਦੇ then the protoplasmic material will disappear and the cell will die, ਕਹਿੰਦਾ ਸੈੱਲ ਜਿਹੜਾ ਉਹ ਮਰ ਜਾਵੇਗਾ। ਨੈਕਸਟ ਇੰਪੋਰਟੈਂਟ which organelle is known as the powerhouse of the cell, why, ਕਹਿੰਦਾ ਸੈੱਲ ਦਾ ਕਿਹੜਾ ਨਿੱਕੜਾ ਅੰਗ ਸ਼ਕਤੀ ਘਰ ਹੈ ਤੇ ਕਿਉਂ। ਮਾਈਟੋਕਾਂਡਰੀਆ are known as the powerhouse of cells, ਕਹਿੰਦਾ ਮਾਈਟੋਕਾਂਡਰੀਆ ਜਿਹੜਾ ਸੈੱਲ ਦਾ ਸ਼ਕਤੀ ਘਰ ਹੈ because it releases the energy required for various activities of life, ਕਿਉਂਕਿ ਇਸ ਦੇ ਵਿੱਚ ਐਕਟੀਵਿਟੀਜ਼ ਆਫ ਲਾਈਫ ਦੇ ਰੂਪ ਦੇ ਵਿੱਚ એનર્ਜੀ ਰਿਲੀਜ਼ ਹੁੰਦੀ ਆ ਯਾਨੀ ਊਰਜਾ ਜਿਹੜੀ ਆ ਉਹ ਪੈਦਾ ਹੁੰਦੀ ਆ। ਨੈਕਸਟ ਕੁਐਸਚਨ ਹੈ ਹਾਊ ਡਸ ਐਨ ਅਮੀਬਾ obtain its food, ਕਹਿੰਦੇ ਅਮੀਬਾ ਆਪਣਾ ਭੋਜਨ ਜਿਹੜਾ ਕਿਵੇਂ ਪ੍ਰਾਪਤ ਕਰਦਾ ਹੈ। ਅਮੀਬਾ obtain its food through the false feet called ਸਿਊਡੋਪੋਡੀਆ, ਕਹਿੰਦਾ ਅਮੀਬਾ ਜਿਹੜਾ ਆਪਣਾ ਭੋਜਨ ਹੈ ਉਹ ਆਭਾਸੀ ਪੈਰਾਂ ਦੀ ਮਦਦ ਦੇ ਨਾਲ ਪ੍ਰਾਪਤ ਕਰਦਾ ਹੈ। whenever food particles come in the contact of amoeba, ਕਹਿੰਦਾ ਜਦੋਂ ਵੀ ਜਿਹੜਾ ਭੋਜਨ ਹੈ ਅਮੀਬਾ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਤਾਂ ਇਟਸ ਫਲੈਕਸੀਬਲ ਮੈਂਬਰੇਨ ਪ੍ਰੋਟਰੂਡਸ ਐਂਡ ਇਨਗਲਫ ਦਾ ਫੂਡ, ਤਾਂ ਕਹਿੰਦੇ ਜਿਹੜੀ ਇਹਦੀ ਝਿੱਲੀ ਹੈ ਉਹ ਬਾਹਰ ਵੱਲ ਨੂੰ ਆ ਜਾਂਦੀ ਹੈ ਤੇ ਫੂਡ ਨੂੰ ਖਿੱਚ ਲੈਂਦੀ ਹੈ। ਦਿਸ ਫੂਡ ਇਜ਼ ਦੈਨ ਬ੍ਰੋਕਨ ਡਾਊਨ ਇਨਟੂ ਫੂਡ ਵੈਕੂਅਲ ਵਿਚ ਕੰਟੇਨਸ ਡਾਈਜੈਸਟਿਵ ਐਂਜ਼ਾਈਮਸ, ਕਹਿੰਦੇ ਜਿਹੜਾ ਭੋਜਨ ਹੈ ਫਿਰ ਇਹ ਟੁੱਟ ਜਾਂਦਾ ਹੈ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਐਂਡੋਸਾਈਟੋਸਿਸ। ਨੈਕਸਟ ਚੈਪਟਰ ਹੈ ਸਾਡੇ ਕੋਲ ਮੋਸ਼ਨ, ਇਹਦੇ ਜਿਹੜੇ ਇੰਪੋਰਟੈਂਟ ਇਕੁਏਸ਼ਨ ਸਿੰਬਲਸ ਐਂਡ देयर ਐਸਆਈ ਯੂਨਿਟ ਇਹ ਤੁਸੀਂ ਇੱਥੋਂ ਦੇਖ ਕੇ ਯਾਦ ਕਰ ਲੈਣੇ ਆ। ਇਹਨਾਂ ਵਿੱਚੋਂ ਕੋਈ ਵੀ ਜਿਹੜਾ 1 ਨੰਬਰ ਦਾ ਕੁਐਸਚਨ ਬਣ ਕੇ ਆ ਜਾਂਦਾ ਹੁੰਦਾ। ਫਸਟ important question है an object has moved through a distance, can it have zero displacement, if yes support your answer with an example, ਕਹਿੰਦੇ ਇੱਕ ਵਸਤੂ ਦੁਆਰਾ ਜਾਂ ਆਬਜੈਕਟ ਦੁਆਰਾ ਕੁਝ ਦੂਰੀ ਤੈਅ ਕੀਤੀ ਗਈ ਕੈਨ ਇਟ ਹੈਵ ਜ਼ੀਰੋ ਡਿਸਪਲੇਸਮੈਂਟ, ਕੀ ਇਸਦਾ ਜਿਹੜਾ ਵਿਸਥਾਪਨ ਹੈ ਉਹ ਸਿਫਰ ਹੋ ਸਕਦਾ ਹੈ। ਇਫ ਯੈਸ ਸਪੋਰਟ ਯੂਰ ਆਨਸਰ ਵਿਦ ਐਨ ਐਗਜ਼ਾਮਪਲ, ਕਹਿੰਦਾ ਜੇ ਯੈਸ ਹੈ ਤਾਂ ਤੁਸੀਂ ਐਗਜ਼ਾਮਪਲ ਨਾਲ ਸਮਝਾਓ ਸਾਨੂੰ। ਇਹਦਾ ਆਨਸਰ ਹੈ ਜੀ ਆਪਣੇ ਕੋਲ ਯੈਸ ਐਨ ਆਬਜੈਕਟ ਮੂਵਿੰਗ ਥਰੂ ਅ ਡਿਸਟੈਂਸ ਕੈਨ ਹੈਵ ਜ਼ੀਰੋ ਡਿਸਪਲੇਸਮੈਂਟ, ਕਹਿੰਦੇ ਯੈਸ ਵਸਤੂ ਦੁਆਰਾ ਦੂਰੀ ਤੈਅ ਕਰਕੇ ਵੀ ਜਿਹੜਾ ਵਿਸਥਾਪਨ ਹੈ ਡਿਸਪਲੇਸਮੈਂਟ ਹੈ ਉਹ ਜ਼ੀਰੋ ਹੋ ਸਕਦਾ ਹੈ। ਦਿਸ ਹੈਪਨਸ ਵੈਨ ਫਾਈਨਲ ਪੋਜੀਸ਼ਨ ਆਫ ਦਾ ਆਬਜੈਕਟ coincides with its initial position, ਕਹਿੰਦੇ ਉਦੋਂ ਹੀ ਹੋ ਸਕਦਾ ਹੈ ਜਦੋਂ ਆਰੰਭਿਕ ਅਤੇ ਅੰਤਿਮ ਬਿੰਦੂ ਇੱਕੋ ਹੀ ਹੋਵੇ। Example, if an object travels from point A, ਤਾਂ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਇੱਕ ਜਿਹੜਾ ਆਬਜੈਕਟ ਹੈ ਉਹ A ਤੋਂ ਜਿਹੜਾ ਟਰੈਵਲ ਕਰਦਾ ਹੈ and reaches to the same point A, ਤੇ ਦੁਬਾਰਾ ਜਿਹੜਾ ਫਿਰ A ਤੇ ਆ ਜਾਂਦਾ ਹੈ then its displacement is 0, ਤਾਂ ਇਹਦੀ ਜਿਹੜਾ ਵਿਸਥਾਪਨ ਹੈ ਉਹ 0 ਹੋ ਜਾਂਦਾ। ਨੈਕਸਟ ਇੰਪੋਰਟੈਂਟ ਕੁਐਸਚਨ ਹੈ distinguish between speed and velocity, ਕਹਿੰਦੇ ਚਾਲ ਅਤੇ ਵੇਗ ਦੇ ਵਿੱਚ ਅੰਤਰ ਦੱਸੋ। ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਅਸੀਂ ਸਪੀਡ ਦੇ ਵਿੱਚ ਕੀ ਹੈ। ਫਸਟ ਪੁਆਇੰਟ ਇਹਦੇ ਵਿੱਚ ਟਾਈਮ ਰੇਟ ਆਫ ਟਰੈਵਲਿੰਗ ਦਾ ਡਿਸਟੈਂਸ ਇਜ਼ ਨੋਨ ਐਜ਼ ਸਪੀਡ, ਕਹਿੰਦਾ ਦੂਰੀ ਤੈਅ ਕਰਨ ਦੀ ਦਰ ਨੂੰ ਚਾਲ ਕਿਹਾ ਜਾਂਦਾ ਹੈ, ਸਪੀਡ ਕਿਹਾ ਜਾਂਦਾ ਹੈ। ਤੇ ਵੈਲੋਸਿਟੀ ਕੀ ਹੈ, ਟਾਈਮ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਇਜ਼ ਨੋਨ ਐਜ਼ ਵੈਲੋਸਿਟੀ, ਕਹਿੰਦਾ ਵਿਸਥਾਪਨ ਬਦਲਣ ਦੀ ਦਰ ਨੂੰ ਵੇਗ ਕਹਿੰਦੇ ਹਨ। ਨੈਕਸਟ ਪੁਆਇੰਟ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ, ਇਹਦਾ ਜਿਹੜਾ ਫਾਰਮੂਲਾ ਹੁੰਦਾ ਹੈ ਡਿਸਟੈਂਸ ਅਪੋਨ ਟਾਈਮ ਹੁੰਦਾ ਤੇ ਵੈਲੋਸਿਟੀ ਦਾ ਡਿਸਪਲੇਸਮੈਂਟ ਅਪੋਨ ਟਾਈਮ ਹੁੰਦਾ। ਨੈਕਸਟ ਇਟ ਇਜ਼ ਅ ਸਕੇਲਰ ਕੁਆਂਟੀਟੀ, ਇਹ ਇੱਕ ਸਕੇਲਰ ਰਾਸ਼ੀ ਹੈ ਤੇ ਵੈਲੋਸਿਟੀ ਕੀ ਹੈ, ਇਟ ਇਜ਼ ਅ ਵੈਕਟਰ ਕੁਆਂਟੀਟੀ। ਨੈਕਸਟ ਪੁਆਇੰਟ ਇਟ ਕੈਨ ਨਾਟ ਬੀ ਜ਼ੀਰੋ ਫॉर ਅ ਮੂਵਿੰਗ ਆਬਜੈਕਟ, ਕਹਿੰਦੇ ਕਦੇ ਵੀ ਜ਼ੀਰੋ ਨਹੀਂ ਹੋ ਸਕਦੀ ਫॉर ਅ ਮੂਵਿੰਗ ਆਬਜੈਕਟ, ਕਿਸੇ ਵੀ ਆਬਜੈਕਟ ਦੇ ਚੱਲਣ ਦੇ ਨਾਲ। ਤੇ ਵੈਲੋਸਿਟੀ ਕੀ ਆ ਇਹ, ਇਟ ਕੈਨ ਬੀ ਜ਼ੀਰੋ, ਇਹ ਜ਼ੀਰੋ ਹੋ ਸਕਦੀ ਆ। ਨੈਕਸਟ ਸਪੀਡ ਦੇ ਵਿੱਚ ਇਟ ਕੈਨ ਨਾਟ ਹੈਵ ਨੈਗੇਟਿਵ ਵੈਲਿਊ,
ਕਹਿੰਦਾ ਇਹਦੇ ਵਿੱਚ ਕੋਈ ਵੀ ਨੈਗੇਟਿਵ ਵੈਲਿਊ ਨਹੀਂ ਹੁੰਦੀ ਸਪੀਡ ਦੇ ਵਿੱਚ, ਪਰ ਵੈਲੋਸਿਟੀ ਦੇ ਵਿੱਚ ਕੀ ਹੈ, ਇਟ ਮੇ ਹੈਵ ਨੈਗੇਟਿਵ ਵੈਲਿਊ ਇਹਦੇ ਵਿੱਚ ਹੋ ਸਕਦੀ ਹੈ। ਨੈਕਸਟ ਇੰਪੋਰਟੈਂਟ ਕੁਐਸਚਨ, ਵਾਟ ਡਸ ਦਾ ਆਟੋਮੀਟਰ ਆਫ ਐਨ ਆਟੋਮੋਬਾਈਲ ਮੇਜਰ। ਕਹਿੰਦਾ ਸਵੈ ਚਾਲਿਤ ਵਾਹਨ ਦਾ ਆਟੋਮੀਟਰ ਕੀ ਮਾਪਦਾ ਹੈ। ਆਨਸਰ ਹੈ ਜੀ ਇਸ ਦਾ ਡਿਸਟੈਂਸ ਟਰੈਵਲਡ ਬਾय ਅ ਵਹੀਕਲ, ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ। ਨੈਕਸਟ, what is the quantity which is measured by the area occupied below the velocity time graph। ਕਹਿੰਦਾ ਵੇਗ ਸਮੇਂ ਗ੍ਰਾਫ ਦੇ ਵਿੱਚ ਘੇਰੇ ਹੋਏ ਖੇਤਰਫਲ ਤੋਂ ਮਾਪੀ ਜਾਣ ਵਾਲੀ ਰਾਸ਼ੀ ਕਿਹੜੀ ਹੈ, ਡਿਸਟੈਂਸ ਮੀਨਸ ਦੂਰੀ। ਨੈਕਸਟ ਇੰਪੋਰਟੈਂਟ ਆਪਣੇ ਕੋਲ, a racing car has a uniform acceleration of 4 meter per second square। ਇਹਦਾ ਮਤਲਬ ਇਸ ਤਰ੍ਹਾਂ ਵੀ ਇੱਥੇ ਲਿਖਿਆ ਹੁੰਦਾ, ਇਹ ਥੋੜਾ ਇਹਨਾਂ ਨੇ ਗਲਤ ਪਾਇਆ, ਇੱਥੇ ਲਿਖਣਾ ਕਿਵੇਂ, ਇੱਥੇ 4 ਮੀਟਰ ਪਰ ਸੈਕਿੰਡ ਸਕੁਅਰ। ਵਾਟ ਡਿਸਟੈਂਸ ਵਿਲ ਇਟ ਕਵਰ ਇਨ 10 ਸੈਕਿੰਡ ਆਫਟਰ ਸਟਾਰਟ। ਕਹਿੰਦੇ ਇੱਕ ਰੇਸਿੰਗ ਕਾਰ ਦਾ ਇੱਕ ਸਮਾਨ ਜਿਹੜਾ ਪ੍ਰਵੇਗ ਹੈ ਉਹ 4 ਮੀਟਰ ਪ੍ਰਤੀ ਸੈਕਿੰਡ ਦੇ ਦਰ ਦੇ ਨਾਲ ਹੁੰਦਾ ਹੈ। ਦੈਨ ਕੁਐਸਚਨ ਆਪਣੇ ਕੋਲ, ਵਾਟ ਡਿਸਟੈਂਸ ਵਿਲ ਇਟ ਕਵਰ ਇਨ 10 ਸੈਕਿੰਡ ਆਫਟਰ ਸਟਾਰਟ। ਕਹਿੰਦਾ ਗਤੀ ਸ਼ੁਰੂ ਹੋਣ ਦੇ 10 ਸਕਿੰਟ ਬਾਅਦ ਹੀ ਉਸਦਾ ਵੇਗ ਕੀ ਹੋਵੇਗਾ। ਸੋ ਐਕਸਲਰੇਸ਼ਨ ਆਪਾਂ ਲਿਖ ਲੈਣਾ ਇੱਥੇ a 4 ਮੀਟਰ ਪਰ ਸੈਕਿੰਡ ਸਕੁਅਰ। ਇਨੀਸ਼ੀਅਲ ਸਪੀਡ ਜਿਹੜੀ ਆ ਉਹ 0, ਡਿਸਟੈਂਸ ਕਵਰ ਜਿਹੜਾ ਉਹ ਕੁਝ ਵੀ ਨਹੀਂ ਕੀਤਾ, ਕੁਐਸਚਨ ਮਾਰਕ ਹੈ। ਸੋ ਵੀ ਨੋ ਡੈਟ ਐਸ ਦਾ ਜਿਹੜਾ ਫਾਰਮੂਲਾ ਹੈ ut plus 1.280 ਦਾ ਸਕੁਅਰ। ਸੋ ਇੱਥੇ ਵੈਲਿਊ ਪੁੱਟ ਕਰ ਦੇਣੀ ਹੈ। u ਮੀਨਸ ਦੇਖੋ 0, 10 ਕੀ ਆ ਆਪਣੇ ਕੋਲ ਨਾਲ ਲਿਖਿਆ ਟਾਈਮ ਯਾਨੀ ਮਲਟੀਪਲਾਈ ਫਾਰਮ ਦੇ ਵਿੱਚ ਹੈ, ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ 0 10 ਬ੍ਰੈਕਟ ਦੇ ਵਿੱਚ। ਇਹਦਾ ਮੀਨਸ ਬਣ ਗਿਆ ਵੀ ਇਹ u ਦੀ ਵੈਲਿਊ ਹੈ ਤੇ ਇਹ t ਦੀ ਵੈਲਿਊ ਹੈ। ਨੈਕਸਟ ਪਲੱਸ ਆਪਣੇ ਕੋਲ 1.2 ਮਲਟੀਪਲਾਈ ਫਿਰ a ਦੀ ਵੈਲਿਊ 4 ਫਿਰ t ਦਾ ਸਕੁਅਰ ਯਾਨੀ ਟਾਈਮ ਦਾ ਸਕੁਅਰ। ਪਹਿਲਾਂ ਇਸ ਨੂੰ ਮਲਟੀਪਲਾਈ ਕਰਤਾ 10 0 ਦਾ 0, ਆ 2 ਦੇ ਨਾਲ ਫਿਰ ਇੱਥੇ 4 ਦਾ ਕਟਿੰਗ ਹੋ ਗਈ, 2 ਬਚ ਗਿਆ ਆਪਣੇ ਕੋਲ ਐਂਡ 10 ਦਾ ਸਕੁਅਰ ਹੋ ਗਿਆ ਆਪਣੇ ਕੋਲ 100, ਇੱਥੇ ਲਿਖਤਾ 2 multiply 100 200 meter। next important question है, an athlete completes one round of a circular track of diameter 200 meter in 40 second। ਕਹਿੰਦਾ ਇੱਕ ਐਥਲੀਟ ਜਿਹੜਾ ਹੈ 200 ਮੀਟਰ ਡਾਇਆਮੀਟਰ ਵਾਲੇ ਇੱਕ ਸਰਕੂਲਰ ਗਰਾਊਂਡ ਦੇ ਵਿੱਚ, ਸਰਕੂਲਰ ਟਰੈਕ ਦੇ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ 40 ਸਕਿੰਟ ਦੇ ਵਿੱਚ। then what will be the distance covered and the displacement at the end of 2 minute 20 second। ਕਹਿੰਦੇ ਤਾਂ 2 ਮਿੰਟ 20 ਸੈਕਿੰਡ ਤੋਂ ਬਾਅਦ ਉਹ ਕਿੰਨੀ ਦੂਰੀ ਤੈਅ ਕਰੂਗਾ ਐਂਡ ਉਸਦਾ ਵਿਸਥਾਪਨ ਯਾਨੀ ਡਿਸਪਲੇਸਮੈਂਟ ਕਿੰਨਾ ਹੋਵੇਗਾ। ਸੋ ਇੱਥੇ ਲਿਖ ਲੈਣਾ ਪਹਿਲਾਂ ਅਸੀਂ ਟਾਈਮ ਟੇਕਨ 2 ਮਿੰਟ 20 ਸਕਿੰਟ ਯਾਨੀ 140 ਸਕਿੰਟ, 1 ਮਿੰਟ ਦੇ ਵਿੱਚ ਹੁੰਦੇ ਆਪਣੇ ਕੋਲ 60 ਸਕਿੰਟ। ਸੋ 2 ਨਾਲ ਮਲਟੀਪਲਾਈ ਕਰ ਦੋ, 60 ਨੂੰ ਆਪਣੇ ਕੋਲ ਬਣ ਗਿਆ 120 ਐਂਡ ਪਲੱਸ ਇਹਦੇ ਵਿੱਚ 20 ਸੈਕਿੰਡ ਹੋਰ ਕਰ ਦੋ ਤਾਂ ਆਪਣੇ ਬਣ ਜਾਊਗਾ 140 ਸੈਕਿੰਡ। ਸੋ ਡਾਇਆਮੀਟਰ ਆਫ ਸਰਕੂਲਰ ਟਰੈਕ 200 ਮੀਟਰ, ਰੇਡੀਅਸ ਹੋ ਗਿਆ ਇਹਦਾ 100 ਮੀਟਰ, ਟਾਈਮ ਟੇਕਨ ਬਾय ਐਥਲੀਟ ਫॉर 1 ਰਾਉਂਡ 40 ਸੈਕਿੰਡ। ਸੋ ਇਨ 140 ਸੈਕਿੰਡ ਦ ਐਥਲੀਟ ਵਿਲ ਕੰਪਲੀਟ 140 40 ਨਾਲ ਡਿਵਾਈਡ ਕਰ ਦੋ, ਆਨਸਰ ਆ ਜਾਊਗਾ ਆਪਣੇ ਕੋਲ 3.5 ਰਾਉਂਡ ਜਿਹੜੀ 3.5 ਚੱਕਰ ਜਿਹੜੇ ਆ ਉਹ ਲਊਗਾ। ਡਿਸਟੈਂਸ ਕਵਰਡ ਬਾय ਐਥਲੀਟ ਇਨ 140 ਸੈਕਿੰਡ ਕਿੰਨੀ ਜਿਹੜੀ ਦੂਰੀ ਤੈਅ ਕਰੂਗਾ ਉਹ, ਦੈਨ 3.5 ਐਂਡ ਮਲਟੀਪਲਾਈ ਕਰ ਦੋ 2 pi r। 3.5 i ਦੀ ਵੈਲਿਊ 22.7, r ਦੀ ਵੈਲਿਊ ਆਪਣੇ ਕੋਲ 100, ਕਟਿੰਗ ਕਰਕੇ ਆਪਣੇ ਕੋਲ ਆਨਸਰ ਆ ਗਿਆ 2200 ਐਂਡ ਡਿਸਪਲੇਸਮੈਂਟ ਆਫ ਦਾ ਐਥਲੀਟ ਕੀ ਹੋਊਗਾ, ਇਹ ਇਜ਼ ਇਕੁਅਲ ਟੂ ਹੋ ਜਾਊਗਾ ਡਾਇਆਮੀਟਰ ਆਫ ਸਰਕੂਲਰ ਟਰੈਕ ਦੇ। ਸੋ ਆਨਸਰ ਆਪਣੇ ਕੋਲ 200 ਮੀਟਰ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਅ ਬਾਲ ਇਜ਼ ਜੈਂਟਲੀ ਡ੍ਰੌਪਡ ਫਰੋਮ ਅ ਹਾਈਟ ਆਫ 20 ਮੀਟਰ। ਕਹਿੰਦੇ ਇੱਕ 20 ਮੀਟਰ ਦੀ ਉਚਾਈ ਤੋਂ ਇੱਕ ਗੇਂਦ ਨੂੰ ਆਰਾਮ ਨਾਲ ਸੁੱਟਿਆ ਜਾਂਦਾ ਹੈ। ਇਫ ਇਟਸ ਵੈਲੋਸਿਟੀ ਇਨਕਰੀਜ਼es ਯੂਨੀਫਾਰਮਲੀ ਐਟ ਦਾ ਰੇਟ ਆਫ 10 ਮੀਟਰ ਪਰ ਸੈਕਿੰਡ ਸਕੁਅਰ। ਇਸ ਨੂੰ ਵੀ ਅਸੀਂ ਇੱਦਾਂ ਲਿਖਣਾ 10 ਮੀਟਰ ਪਰ ਸੈਕਿੰਡ ਸਕੁਅਰ। ਕਹਿੰਦਾ ਜੇ ਉਸਦਾ ਵੇਗ 10 ਮੀਟਰ ਪਰ ਸੈਕਿੰਡ ਸਕੁਅਰ ਦੇ ਇੱਕ ਸਮਾਨ ਪ੍ਰਵੇਗ ਦੀ ਦਰ ਨਾਲ ਵੱਧਦਾ ਹੈ, ਦੈਨ ਵੈਲੋਸਿਟੀ ਵਿਲ ਸਟ੍ਰਾਈਕ ਦਾ ਗਰਾਊਂਡ। ਤਾਂ ਕਹਿੰਦੇ ਕਿਸ ਵੇਗ ਦੇ ਨਾਲ ਇਹ ਧਰਤੀ ਤੇ ਟਕਰਾਊਗੀ ਐਂਡ ਆਫਟਰ ਵਾਟ ਟਾਈਮ ਵਿਲ ਇਟ ਸਟ੍ਰਾਈਕ ਦਾ ਗਰਾਊਂਡ, ਤੇ ਕਿੰਨੇ ਟਾਈਮ ਬਾਅਦ ਟਕਰਾਊਗੀ। ਸੋ u ਆਪਣੇ ਕੋਲ 0 ਮੀਟਰ ਪਰ ਸੈਕਿੰਡ, s ਆਪਣੇ ਕੋਲ 20 ਮੀਟਰ, a ਆਪਣੇ ਕੋਲ 10 ਮੀਟਰ ਪਰ ਸੈਕਿੰਡ ਸਕੁਅਰ। ਸਾਨੂੰ ਵੈਲੋਸਿਟੀ ਫਾਈਂਡ ਕਰਨੀ ਹੈ, ਟਾਈਮ ਫਾਈਂਡ ਕਰਨਾ ਹੈ। ਸੋ ਯੂਜ਼ਿੰਗ ਅਸੀਂ ਕਰਾਂਗੇ v ਸਕੁਅਰ ਮਾਈਨਸ u ਸਕੁਅਰ is equal to ਆ ਜਾਊਗਾ ਆਪਣੇ ਕੋਲ 2as। ਸੋ we have ਇੱਥੇ v2 ਦਾ ਜਿਹੜਾ ਮਤਲਬ ਹੋਏਗਾ v ਸਕੁਅਰ ਮਾਈਨਸ 0 ਦਾ ਸਕੁਅਰ is equal to 2 multiply 10 multiply 20 is equal to 400। ਇੱਥੇ v2 ਦਾ ਮਤਲਬ ਹੈਗਾ ਇੱਥੇ v ਸਕੁਅਰ, ਫਿਰ ਮਾਈਨਸ 0 ਸਕੁਅਰ is equal to 2 multiply 10 multiply 20 is equal to 400 square। then v ਆ ਗਿਆ ਆਪਣੇ ਕੋਲ 20 ਮੀਟਰ ਪਰ ਸੈਕਿੰਡ minus 1 and t ਜਿਹੜਾ ਹੈਗਾ ਉਹ v minus u
ਡਿਵਾਈਡ a v minus u ਦੀ ਵੈਲਿਊ ਹੈਗੀ ਹੈ 20 ਡਿਵਾਈਡ a ਦੀ ਵੈਲਿਊ 10 ਡਿਵਾਈਡ ਕਰਕੇ ਆਨਸਰ ਆ ਗਿਆ ਆਪਣੇ ਕੋਲ 2 ਸੈਕਿੰਡ। ਨੈਕਸਟ ਆਪਣੇ ਕੋਲ ਐਨ ਆਰਟੀਫੀਸ਼ੀਅਲ satellite is moving in a circular orbit of radius 42,250 kilometer. Calculate its speeds if it takes 24 hours to revolve around the earth। ਕਹਿੰਦੇ ਇੱਕ ਬਨਾਵਟੀ ਉਪਗ੍ਰਹਿ ਜਿਸ ਦਾ ਰੇਡੀਅਸ ਜਿਹੜਾ ਹੈਗਾ ਉਹ 42,250 ਕਿਲੋਮੀਟਰ ਹੈ, ਉਹ ਮੂਵਿੰਗ ਕਰ ਰਿਹਾ ਇੱਕ ਸਰਕੂਲਰ ਆਰਬਿਟ ਦੇ ਵਿੱਚ, ਯਾਨੀ ਗ੍ਰਹਿ ਪਥ ਦੇ ਵਿੱਚ ਮੂਵਿੰਗ ਕਰ ਰਿਹਾ। ਜੇਕਰ ਉਹ 24 ਘੰਟਿਆਂ ਵਿੱਚ ਧਰਤੀ ਦੀ ਪਰਿਕਰਮਾ ਕਰਦਾ ਹੈ ਤਾਂ ਉਸ ਦੀ ਚਾਲ ਪਤਾ ਕਰਨੀ ਅਸੀਂ। ਇਹਨੂੰ ਤੁਹਾਨੂੰ ਮੈਂ ਇੱਕ ਸੌਖੇ ਤਰੀਕੇ ਨਾਲ ਸਮਝਾ ਦਿੰਦਾ। ਰੇਡੀਅਸ ਜਿਹੜਾ ਹੈਗਾ ਤੁਸੀਂ ਲਿਖ ਲੈਣਾ ਇੱਥੇ 42,250 ਕਿਲੋਮੀਟਰ, ਟਾਈਮ ਜਿਹੜਾ ਹੈਗਾ ਤੁਹਾਡੇ ਕੋਲ 24 ਆਵਰਸ, ਸਪੀਡ ਦਾ ਫਾਰਮੂਲਾ ਡਿਸਟੈਂਸ ਅਪੋਨ ਟਾਈਮ, डिस्टेंस कितना अपने को 2 पाई r अपॉन टाइम, यानी 2 मल्टीप्लाई 3.14 मल्टीप्लाई रेडियस अपने को 42,250 अपॉन टाइम हैगा 24। इसनु मल्टीप्लाई करके आंसर आ जाऊगा अपने को 6.28 मल्टीप्लाई 42250 अपॉन 24। इसका पॉइंट का जिहड़ा इत्थे 1 बना लो, अगे डॉट 0 ला लो, इत्थे नाल विच मल्टीप्लाई पा दो, ये 0 नाल अपने को 0 कट्टी जाऊगी। इसनु 2 दे टेबल ते कर दो, 2 12 ਦਾ 2 3 ਦਾ 2 1 ਦਾ 2 4 ਦਾ 314 ਨੂੰ ਤੁਸੀਂ 4255 ਨਾਲ ਮਲਟੀਪਲਾਈ ਕਰੋਗੇ ਤਾਂ ਆਨਸਰ ਆ ਜਾਊਗਾ ਆਪਣੇ ਕੋਲ 132650 अपॉन 10 ਨੂੰ 12 ਨਾਲ ਕਰੋਗੇ ਤਾਂ ਕਿੰਨਾ ਆਨਸਰ ਆਊਗਾ ਆਪਣੇ ਕੋਲ 120। 0 ਨਾਲ 0 ਕੱਟ ਗਈ, 12 ਨਾਲ ਇਹਦੀ ਕਟਿੰਗ ਕਰਾਂਗੇ ਤਾਂ ਸਾਡੇ ਕੋਲ ਆਨਸਰ ਆ ਜਾਊਗਾ 11,055.4 ਕਿਲੋਮੀਟਰ ਪਰ ਆਰ। ਹੁਣ ਇਸ ਨੂੰ ਅਸੀਂ ਚੇਂਜ ਕਰਨਾ ਹੈ ਸੈਕਿੰਡ ਦੇ ਵਿੱਚ, ਤਾਂ ਸੈਕਿੰਡ 'ਚ ਚੇਂਜ ਕਰਨ ਲਈ ਕੀ ਕਰਾਂਗੇ ਅਸੀਂ, ਇਸ ਨੂੰ ਅਸੀਂ 3600 ਦੇ ਨਾਲ ਡਿਵਾਈਡ ਕਰ ਦਾਂਗੇ। ਸੋ ਡਿਵਾਈਡ ਕਰਕੇ ਸਾਡੇ ਕੋਲ ਆਨਸਰ ਆ ਜਾਊਗਾ 3.07 ਕਿਲੋਮੀਟਰ ਪਰ ਸੈਕਿੰਡ। ਇਹ ਸਾਡਾ ਫਾਈਨਲ ਆਨਸਰ ਹੋਊ। ਇਹ ਸੀ ਜੀ ਸਾਡੇ ਕੋਲ ਸਾਇੰਸ ਦੇ ਇੰਪੋਰਟੈਂਟ ਕੁਐਸਚਨ ਆਨਸਰ। ਨੈਕਸਟ ਜਲਦ ਹੀ ਅਸੀਂ ਹੁਣ ਇੰਗਲਿਸ਼ ਦੀ ਜਿਹੜੀ ਵੀਡੀਓ ਅਪਲੋਡ ਕਰਾਂਗੇ। ਸੋ ਜੁੜੇ ਰਹੋ ਜੀ ਫਿਰ ਜੈਸਟੂਡੈਂਟ ਦੇ ਨਾਲ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।